सत श्री अकाल प्यारे विद्यार्थियों। मैं अश्विनी कुमार वोकेशनल ट्रेनर गर्ल्स गवर्नमेंट सीनियर सैकंडरी स्कूल सदवाल खुर्द गुरदासपुर विच एज ए सिक्योरिटी ट्रेनर बच्चों ਨੂੰ ਪੜ੍ਹਾ रहा ਹਾਂ ਅਤੇ ਮੇਰਾ ਅੱਜ ਲੈਕਚਰ ਰਾਈਟਿੰਗ ਸਕਿੱਲਸ ਮੀਨਸ ਪਾਰਟਸ ਆਫ ਸਪੀਚ NSQF ਕਲਾਸ 9th ਬਾਰੇ ਬੱਚਿਆਂ ਨੂੰ ਗਿਆਨ ਪ੍ਰਾਪਤ ਦੇਣਾ ਹੈ, ਜਿਸ ਵਿੱਚ ਅਸੀਂ ਬੱਚਿਆਂ ਨੂੰ ਰਾਈਟਿੰਗ ਸਕਿੱਲ ਬਾਰੇ ਪੜ੍ਹਾਵਾਂਗੇ। ਜਿਵੇਂ ਰਾਈਟਿੰਗ ਸਕਿੱਲਸ ਮੀਨਸ ਪਾਰਟਸ ਆਫ ਸਪੀਚ। ਇਹ ਪਾਰਟਸ ਆਫ ਸਪੀਚ ਕੀ ਹੈ ਰਾਈਟਿੰਗ ਸਕਿੱਲ ਵਿੱਚ? ਜਿਵੇਂ ਇਹ ਸੈਂਟੈਂਸ ਇਜ਼ ਅ ਗਰੁੱਪ ਆਫ ਵਰਡਸ ਦੈਟ ਕਮਿਊਨੀਕੇਟ ਏ ਕੰਪਲੀਟ ਥਾਟਸ। ਜਿਵੇਂ ਕਿ ਇਸ ਸੈਂਟੈਂਸ ਵਿੱਚ ਦੱਸਿਆ ਗਿਆ ਕਿ ਜੋ ਸ਼ਬਦਾਂ ਦਾ ਗਰੁੱਪ ਹੈ ਉਸ ਨੂੰ ਪਾਰਟਸ ਰਾਈਟਿੰਗ ਸਕਿੱਲ ਵਿੱਚ ਪਾਰਟਸ ਆਫ ਸਪੀਚ ਕਿਹਾ ਜਾ ਗਿਆ। ਜਿਵੇਂ ਐਗਜ਼ਾਮਪਲ ਅਵਨੀ ਗੋਜ਼ ਟੂ ਸਕੂਲ, ਅਤੇ ਇਹਨੂੰ ਪੰਜਾਬੀ ਵਿੱਚ ਅਸੀਂ ਕਹਾਂਗੇ ਕਿ ਅਵਨੀ ਸਕੂਲ ਜਾਂਦੀ ਹੈ। ਇਹ ਗਰੁੱਪ ਆਫ ਵਰਡਸ ਵਿਚ ਡਜ਼ਨਟ ਮੇਕ ਕੰਪਲੀਟ ਸੈਂਸ ਇਜ਼ ਨਾਊਨ ਐਜ਼ ਫਰੇਜ਼ਸ। ਅਤੇ ਗਰੁੱਪ ਆਫ ਵਰਡ ਜੋ ਫਰੇਜ਼ਸ ਵਿੱਚ ਹੈ ਉਹਦਾ ਕੋਈ ਸੈਂਟੈਂਸ ਨਹੀਂ ਬਣਦਾ। ਫਾਰ ਐਗਜ਼ਾਮਪਲ ਉਦਾਹਰਨ ਲਈ ਅਵਨੀ ਗੋਜ਼ ਅਵਨੀ ਜਾਂਦੀ ਹੈ ਕਿੱਥੇ, ਇਹ ਕੁਛ ਨਹੀਂ ਪਤਾ। ਅਤੇ ਫਰੇਜ਼ਸ ਦੇ ਸੈਂਟੈਂਸ ਇਸ ਤਰ੍ਹਾਂ ਬਣਦੇ ਹੈ ਕਿਉਂਕਿ ਸਾਨੂੰ ਰਾਈਟਿੰਗ ਸਕਿੱਲ ਵਿੱਚ ਇਹ ਬਹੁਤ ਹੀ ਵੱਡਾ ਇੱਕ ਬੜੇ ਹੀ ਦਿਮਾਗ ਨਾਲ ਬੱਚਿਆਂ ਨੂੰ ਧਿਆਨ ਵਿੱਚ ਰੱਖਣ ਲਈ ਇਹ ਜ਼ਰੂਰੀ ਹੈ ਕਿ ਜਦੋਂ ਵੀ ਅਸੀਂ ਕੋਈ ਸੈਂਟੈਂਸ ਬਣਾਈਏ ਅਤੇ ਉਹਦੇ ਵਿੱਚ ਸਬਜੈਕਟ ਪਲੱਸ ਵਰਬ ਪਲੱਸ ਹੈਲਪਿੰਗ ਵਰਬ ਔਰ ਆਬਜੈਕਟ ਲਗਾਇਆ ਜਾਵੇ ਅਤੇ ਫਿਰ ਹੀ ਸੈਂਟੈਂਸ ਕੰਪਲੀਟ ਹੁੰਦਾ ਹੈ। ਅੱਗੇ ਦੇਖੋ ਬੱਚਿਓ, ਜਿਵੇਂ ਦੱਸਿਆ ਗਿਆ ਹੈ ਕਿ ਇਹ ਸੈਂਟੈਂਸ ਆਲਵੇਜ਼ ਬਿਗਿਨ ਵਿਦ ਏ ਕੈਪੀਟਲ ਲੈਟਰ ਐਂਡ ਇਟਸ ਆਲਵੇਜ਼ ਐਂਡ ਵਿਦ ਏ ਕੁਐਸਚਨ ਮਾਰਕਸ ਜਾਂ ਫੁੱਲ ਸਟਾਪ ਔਰ ਐਕਸਕਲੇਮੇਸ਼ਨ ਸਾਈਨ। ਜਦੋਂ ਵੀ ਅਸੀਂ ਮਤਲਬ ਇਹ ਰਾਈਟਿੰਗ ਸਕਿੱਲ ਵਿੱਚ ਕਿਸੇ ਸੈਂਟੈਂਸ ਨੂੰ ਸ਼ੁਰੂਆਤ ਵਿੱਚ ਲਿਖਦੇ ਹਾਂ ਅਤੇ ਉਹਦੇ ਵਿੱਚ ਕੋਈ ਵੀ ਲੈਟਰ ਜਿਹੜਾ ਪਹਿਲੇ ਉਹਦੇ ਕੁਐਸਚਨ ਮਾਰਕ ਜਾਂ ਫੁੱਲ ਸਟਾਪ ਪੱਕਾ ਹੀ ਲਗਾਉਂਦੇ ਹਾਂ ਜਾਂ ਐਕਸਕਲੇਮੇਸ਼ਨ ਦਾ ਨਿਸ਼ਾਨ ਜੋ ਕਿ ਸਾਡੇ ਅੱਗੇ ਪੜ੍ਹਨ ਵਿੱਚ ਆਵੇਗਾ। ਅਤੇ ਜਿਵੇਂ ਡਿਡ ਯੂ ਕੰਪਲੀਟ ਯੋਰ ਟਾਸਕ, ਅਤੇ ਇਵੇਂ ਹੀ ਇਹ ਕੁਐਸਚਨ ਮਾਰਕ ਨਿਸ਼ਾਨ ਦਿਖਾਇਆ ਗਿਆ ਹੈ। ਅਤੇ ਇਸ ਤਰ੍ਹਾਂ ਹੀ ਆਈ ਕੰਪਲੀਟਡ ਇਟ ਜਸਟਰਡੇ, ਅਤੇ ਮੈਂ ਇਹ ਆਪਣਾ ਕੰਮ ਨੂੰ ਕੰਪਲੀਟ ਕਰ ਚੁੱਕਾ ਹਾਂ। ਜਸਟਰਡੇ ਮੀਨਸ ਪਿਛਲੇ ਦਿਨ ਜੋ ਬੀਤ ਚੁੱਕਾ ਹੁੰਦਾ ਹੈ, ਅਤੇ ਇਸ ਤਰ੍ਹਾਂ ਫੁੱਲ ਸਟਾਪ ਵਿੱਚ ਦਰਸਾਇਆ ਗਿਆ ਹੈ। ਦੈਟ ਇਜ਼ ਗੁੱਡ, ਜਿਵੇਂ ਕਿ ਉਸ ਕੰਮ ਲਈ ਸਾਨੂੰ ਕੀ ਮਿਲਦਾ ਹੈ ਕਿ ਦੈਟ ਇਜ਼ ਗੁੱਡ ਤੋਂ ਐਕਸਕਲੇਮੇਸ਼ਨਸ ਮਾਰਕਸ ਨੂੰ ਦਰਸਾਇਆ ਗਿਆ ਹੈ। ਅੱਗੇ ਦੇਖੀਏ ਪਿਆਰੇ ਵਿਦਿਆਰਥੀਓ, ਅੱਗੇ ਯੂਜ਼ਿੰਗ ਕੈਪੀਟਲ ਲੈਟਰਸ। ਹਾਊ ਵੀ ਵਿਲ ਯੂਜ਼ ਕੈਪੀਟਲ ਲੈਟਰ? ਕੈਪੀਟਲ ਲੈਟਰ ਦਾ ਮਤਲਬ ਵੀ ਚਾਹੇ ਉਹ ਕਿਸੇ ਮਹੀਨੇ ਦਾ ਨਾਮ ਹੋਵੇ ਜਾਂ ਫਿਰ ਕੋਈ ਫਸਟ ਲੈਟਰਸ ਜਿਸ ਨੂੰ ਵੱਡਾ ਦਰਸਾਇਆ ਗਿਆ ਜਾਵੇ, ਜਾਂ ਫਿਰ ਕਿਸੇ ਦੀ ਚੀਜ਼ ਦਾ ਨਾਂ ਚਾਹੇ ਉਹ ਕੈਪੀਟਲ ਲੈਟਰ ਹੋਵੇ ਜਾਂ ਪੀਪਲ ਜਾਂ ਪਲੇਸ ਦਾ ਨਾਂ ਜਾਂ ਟਾਈਟਲ ਹੋਵੇ ਜਾਂ ਫਿਰ ਸਟਾਰਟਿੰਗ ਲੈਟਰ ਆਫ ਦਾ ਸੈਂਟੈਂਸ, ਕੋਈ ਵੀ ਕਿਸੇ ਵੀ ਸੈਂਟੈਂਸ ਦਾ ਪਹਿਲਾ ਲੈਟਰ ਉਸ ਨੂੰ ਵੀ ਕੈਪੀਟਲ ਵਿੱਚ ਲਿਖਿਆ ਜਾਂਦਾ ਹੈ। ਅਤੇ ਵਾਟ ਇਜ਼ ਦਾ ਸ਼ੋ ਰੂਲਸ ਕੀ ਦਿਖਾਉਂਦੇ ਨੇ? ਜਿਵੇਂ ਮੰਥ ਵਿੱਚ ਕੈਪੀਟਲਾਈਜ਼ ਦਾ ਫਸਟ ਲੈਟਰ ਇਨ ਆਲ ਦਾ ਨੇਮਸ ਮੰਥ। ਜਿਵੇਂ ਤੁਹਾਨੂੰ ਪਤਾ ਪਿਆਰੇ ਬੱਚਿਓ, ਜਨਵਰੀ ਤੋਂ ਲੈ ਕੇ ਦਸੰਬਰ ਤੱਕ ਦਿਖਾਏ ਗਏ ਸਾਰੇ ਮਹੀਨਿਆਂ ਦੇ ਲੈਟਰ ਹਮੇਸ਼ਾ ਹੀ ਅਸੀਂ ਪਹਿਲਾ ਲੈਟਰ ਕੈਪੀਟਲ ਪਾਵਾਂਗੇ। ਇਵੇਂ ਹੀ ਜਿਵੇਂ ਆਈ ਸੈਂਟੈਂਸ ਵਿੱਚ ਕਿਤੇ ਵੀ ਆ ਜਾਂਦੀ ਹੈ ਅਤੇ ਉਹਨੂੰ ਅਸੀਂ ਕਿਸ ਤਰ੍ਹਾਂ ਲਿਖਾਂਗੇ ਪਿਆਰੇ ਵਿਦਿਆਰਥੀਓ? ਆਈ ਨੂੰ ਅਸੀਂ ਆਈ ਵੱਡਾ ਹੀ ਲਿਖਾਂਗੇ। ਇਸ ਤਰ੍ਹਾਂ ਹੀ ਤੁਹਾਡਾ ਨਾਮ ਹੈ, ਕੈਪੀਟਲਾਈਜ਼ ਦਾ ਫਸਟ ਲੈਟਰ ਇਨ ਦਾ ਨੇਮਸ ਆਫ ਦਾ ਪੀਪਲ ਪਲੇਸ ਐਂਡ ਡੇਜ਼। ਜਿਵੇਂ ਵੀ ਸਾਡਾ ਕੋਈ ਵੀ ਸੈਂਟੈਂਸ ਵਿੱਚ ਕੋਈ ਨਾਂ ਆ ਜਾਵੇ ਜਾਂ ਕਿਸੇ ਜਗ੍ਹਾ ਦਾ ਖਾਸ ਕਰ ਕੋਈ ਜਿਵੇਂ ਤਾਜ ਮਹਿਲ ਜਾਂ ਫਿਰ ਕੋਈ ਮਾਊਂਟ ਐਵਰੈਸਟ ਦਾ ਨਾਂ ਆ ਜਾਵੇ, ਅਤੇ ਇਵੇਂ ਹੀ ਉਸ ਦਿਨ ਨੂੰ ਵੀ ਉਸ ਤਰ੍ਹਾਂ ਹੀ ਵੱਡਾ ਲਿਖਾਂਗੇ ਕਿਸੇ ਸੈਂਟੈਂਸ ਨੂੰ ਲਿਖਣ ਨਾਲ। ਇਵੇਂ ਹੀ ਸਾਡਾ ਟਾਈਟਲਸ ਹੈ, ਕੈਪੀਟਲਾਈਜ਼ ਦਾ ਫਸਟ ਲੈਟਰ ਇਨ ਦਾ ਟਾਈਟਲ ਯੂਜ਼ਡ ਬਿਫੋਰ ਦਾ ਪੀਪਲ। ਜਿਵੇਂ ਹੀ ਅਸੀਂ ਕਿਸੇ ਵੀ ਟਾਈਟਲ ਨੂੰ ਪਾਉਣ ਲਈ ਉਸ ਤੋਂ ਪਹਿਲਾਂ ਜਿਹੜਾ ਲੈਟਰ ਹੋਵੇਗਾ ਉਹ ਕੈਪੀਟਲਾਈਜ਼ ਹੋਵੇਗਾ। ਇਸ ਤਰ੍ਹਾਂ ਹੀ ਇਸ ਨਾਲ ਸਟਾਰਟਿੰਗ ਲੈਟਰ ਆਫ ਦਾ ਸੈਂਟੈਂਸ ਕੈਪੀਟਲਾਈਜ਼ ਦਾ ਫਸਟ ਲੈਟਰ ਇਨ ਐਵਰੀ ਸੈਂਟੈਂਸ। ਜਿਵੇਂ ਹੀ ਅਸੀਂ ਕੋਈ ਸੈਂਟੈਂਸ ਪਾਵਾਂਗੇ ਜਾਂ ਕਿਸੇ ਸ਼ਬਦਾਂ ਨੂੰ ਇੱਕ ਗੱਠਜੋੜ ਵਿੱਚ ਬੰਨ੍ਹਣਾ ਚਾਹਾਂਗੇ ਤਾਂ ਉਸ ਦਾ ਪਹਿਲਾ ਲੈਟਰ ਪਿਆਰੇ ਵਿਦਿਆਰਥੀਓ ਕੈਪੀਟਲ ਹੋਵੇਗਾ। ਫਾਰ ਐਗਜ਼ਾਮਪਲ ਆਈ ਵਿਲ ਗੋ ਟੂ ਕਾਲਜ ਇਨ ਜੂਨ।
मैं जून के महीने कॉलेज जावांगा। इवें ही एवं जो तुहानूं पहले दसिया है रूल्स की है कैपिटल लैटर का कि जे जून जनवरी तो लैके दसंबर महीना आ जाएगा तो उसका जे बड़ा रहेगा। इवें ही आई है, आई नूं भी असीं आई बड़ी ही लिखांगे कैपिटलाइज। जिवें असीं दसिया तुहानूं आई प्ले क्रिकेट विद हिम एवरी डे, मैं उस नाल क्रिकेट खेलता हाँ हर दिन, तो आई इस विच वड्डा ही आवेगा। इवें ही कैपिटलाइज किया असीं दिस ट्यूसडे कॉमा आशू विल वी इन पंजाब, इस मंगलवार नूं आशू पंजाब विच है। इवें ही बच्चों इस तरह तुहानूं दस्सिया गया है कि कोई भी स्टेट का नाम है चाहे उसका फर्स्ट लैटर है तो उसनों असीं बड़ा ही लिखांगे। इवें ही दिखाया गया है टी नाल कैपिटलाइज द लैटर टाइटल यूज्ड इन, जिवें डॉक्टर का डी बड़ा तो उसका नाम आ गया तो वह ए बड़ा। इवें ही किसी भी डॉक्टर अरविंद एंड मिस्टर शर्मा वर्क टूगैदर, डॉक्टर अरविंद और शर्मा दोनों मिलकर काम कर रहे हैं, इन्हों का फर्स्ट लैटर नाम का जो बड़ा लिखा जा रहा है। प्यारे विद्यार्थियों अगे इस विच इवें ही अहीं दर्शाया गया कि द कैटागरी रन आउट ऑफ द हाउस, द कैट रन आउट ऑफ द हाउस। इवें ही कैट ਜਾਂ ਜਿਵੇਂ ਟੀ ਵੱਡਾ ਲਗਾਇਆ ਇਸ ਸੈਂਟੈਂਸ ਵਿੱਚ ਲਿਖਣ ਤੋਂ ਪਹਿਲੇ ਤੁਹਾਨੂੰ ਇੰਨਾ ਸਮਝ ਆ ਗਿਆ ਹੋਵੇਗਾ ਕਿ ਜੋ ਵੀ ਸ਼ਬਦ ਸੈਂਟੈਂਸ ਨਾਲ ਪਹਿਲੇ ਸ਼ੁਰੂ ਹੋਵੇਗਾ ਚਾਹੇ ਉਹ ਕਿਸੇ ਮੰਥ ਦਾ ਜਾਂ ਕਿਸੇ ਲੈਟਰ ਨਾਲ ਜਾਂ ਕਿਸੇ ਨਾਮ ਨਾਲ ਜਾਂ ਫਿਰ ਕੋਈ ਟਾਈਟਲਸ ਹੈ ਜਿਵੇਂ ਡਾਕਟਰ ਅਰਵਿੰਦ, ਡਾਕਟਰ ਸ਼ਰਮਾ, ਮਿਸਟਰ ਸ਼ਰਮਾ, ਤਾਂ ਇਵੇਂ ਹੀ ਸਾਰੇ ਲੈਟਰ ਇਹਨਾਂ ਦੇ ਪਹਿਲੇ ਵੱਡੇ ਅਕਸ਼ਰਾਂ ਦੇ ਸ਼ੁਰੂਆਤ ਵਿੱਚ ਹੀ ਪਾਏ ਜਾਣਗੇ। ਅੱਗੇ ਚੱਲਦੇ ਹਾਂ ਵਿਦਿਆਰਥੀਓ। ਇਹਦੇ ਵਿੱਚ ਕੁਝ ਹੋਰ ਵੀ ਜਿਵੇਂ ਸਨ ਪੰਚੁਏਸ਼ਨਸ, ਸੈਟ ਆਫ ਮਾਰਕਸ ਸਚ ਐਜ਼ ਦਾ ਫੁੱਲ ਸਟਾਪ ਐਂਡ ਦਾ ਕੋਮਾ which help the separate parts of a sentence and explain its meaning। ਇਵੇਂ ਹੀ ਪਿਆਰੇ ਵਿਦਿਆਰਥੀਓ ਜਿਵੇਂ ਸਾਨੂੰ ਇਸ ਵਿੱਚ ਸੈੱਟ ਕੀਤਾ ਹੋਇਆ ਦਿਖਾਇਆ ਕਿ ਹਰ ਫੁੱਲ ਸਟਾਪ ਔਰ ਹੱਦ ਕੋਮਾ ਜੋ ਆਉਂਦੀ ਹੈ ਉਹਨਾਂ ਨੂੰ ਪੰਚੁਏਸ਼ਨ ਦੇ ਨਾਮ ਨਾਲ ਜਾਣੇ ਜਾਂਦੇ ਹੈ ਅਤੇ ਹਰ ਸੈਂਟੈਂਸ ਵਿੱਚ ਅਸੀਂ ਦਿਖਾਵਾਂਗੇ। ਅੱਗੇ ਚੱਲਦੇ ਹਾਂ। ਜਿਵੇਂ ਬੇਸਿਕ ਪਾਰਟਸ ਆਫ ਰਾਈਟਿੰਗ ਸਕਿੱਲ ਵਿੱਚ ਇਹ ਗ੍ਰਾਮਰ ਦੀ ਸੂਚੀ ਨੂੰ ਸਮਝਣ ਲਈ ਇਹ ਬਹੁਤ ਹੀ ਜ਼ਰੂਰੀ ਹੈ ਪਿਆਰੇ ਵਿਦਿਆਰਥੀਓ ਕਿ ਹਰ ਰਾਈਟਿੰਗ ਸਕਿੱਲ ਨੂੰ ਸਮਝਣ ਲਈ ਸਾਨੂੰ ਬੇਸਿਕ ਪਾਰਟਸ ਆਫ ਸਪੀਚ ਸਮਝਣੇ ਜ਼ਰੂਰੀ ਹਨ। ਇਸ ਦੇ ਬਗੈਰ ਅਸੀਂ ਕਿਸੇ ਵੀ ਸੈਂਟੈਂਸ ਨੂੰ ਕੰਪਲੀਟ ਨਹੀਂ ਕਰ ਸਕਦੇ ਅਤੇ ਇਸ ਨੂੰ ਸਮਝਣ ਲਈ ਅੱਗੇ ਚੱਲਦੇ ਹਾਂ। ਇੰਡੀਕੇਟ ਹਾਊ ਦਾ ਵਰਡ ਫੰਕਸ਼ਨਸ ਇਨ ਮੀਨਿੰਗ ਐਜ਼ ਵੈਲ ਐਜ਼ ਗ੍ਰਾਮੈਟਿਕਲੀ ਵਿਦਨ ਦਾ ਸੈਂਟੈਂਸ। ਅਤੇ ਇਹਦੇ ਵਿੱਚ ਸਨ ਨਾਊਨ, ਪ੍ਰੋਨਾਊਨ, ਵਰਬ, ਐਡਜੈਕਟਿਵ, ਐਡਵਰਬ, ਪ੍ਰੈਪੋਜੀਸ਼ਨਸ, ਕੰਜੰਕਸ਼ਨਸ ਐਂਡ ਪ੍ਰੋਨਾਊਨ। ਇਹ ਕੁਝ ਬੇਸਿਕ ਪਾਰਟਸ ਹਨ ਰਾਈਟਿੰਗ ਸਕਿੱਲ ਸਪੀਚ ਨੂੰ ਸਮਝਣ ਲਈ ਜਿਨ੍ਹਾਂ ਨੂੰ ਸਮਝਣਾ ਗ੍ਰਾਮਰ ਜਦ ਤੱਕ ਅਸੀਂ ਇਹ ਨਾਊਨ ਜਾਂ ਪ੍ਰੋਨਾਊਨ, ਵਰਬ, ਐਡਜੈਕਟਿਵ ਜਾਂ ਐਡਵਰਬ, ਪ੍ਰੈਪੋਜੀਸ਼ਨਸ ਨਹੀਂ ਸਮਝੇ ਤਦ ਤੱਕ ਅਸੀਂ ਸੈਂਟੈਂਸ ਨੂੰ ਕਿਸੇ ਵੀ ਸੈਂਟੈਂਸ ਨੂੰ ਇੰਗਲਿਸ਼ ਵਿੱਚ ਨਹੀਂ ਲਿਖ ਪਾਉਂਦੇ। ਇਸ ਲਈ ਗ੍ਰਾਮਰ ਦੇ ਇਸ ਪਾਰਟਸ ਆਫ ਸਪੀਚ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਪਿਆਰੇ ਵਿਦਿਆਰਥੀਓ। ਫਾਰ ਐਗਜ਼ਾਮਪਲ ਜਿਵੇਂ ਮੈਂ ਇਸ ਨੂੰ ਤੁਹਾਨੂੰ ਹੋਰ ਵੀ ਸੌਖਾ ਕਰਨ ਲਈ ਕੁਛ ਤਰੀਕਿਆਂ ਨਾਲ ਸਮਝਾ ਰਿਹਾ ਹਾਂ। ਜਿਵੇਂ ਪਾਰਟਸ ਆਫ ਸਪੀਚ, ਵਟ ਦੇ ਡੂ, ਐਗਜ਼ਾਮਪਲ ਸੈਂਟੈਂਸ, ਐਗਜ਼ਾਮਪਲ ਵਰਡਸ। ਇਵੇਂ ਹੀ ਨਾਊਨਸ ਆਰ ਵਰਡਸ ਦੈਟ ਰੈਫਰ ਟੂ ਅ ਪਰਸਨ, ਪਲੇਸ, ਥਿੰਗਸ ਐਂਡ ਆਈਡੀਆ, ਥੀਜ਼ ਆਰ ਨੇਮਿੰਗ ਵਰਡਸ। ਕਿਸੇ ਵੀ ਨਾਊਨ ਨੂੰ ਜਾਂ ਸਮਝਣ ਲਈ ਜਿਵੇਂ ਕਿਸੇ ਦਾ ਨਾਂ ਜਾਂ ਫਿਰ ਕਿਸੇ ਜਗ੍ਹਾ ਦਾ ਨਾਂ ਜਾਂ ਕੋਈ ਥਿੰਗਸ ਜਾਂ ਫਿਰ ਕੋਈ ਆਈਡੀਆ ਹੋਵੇ ਉਸ ਨੂੰ ਕਿਸ ਨਾਮ ਨਾਲ ਜਾਣਿਆ ਜਾਂਦਾ ਹੈ? ਨਾਊਨ ਨਾਂ। ਅਤੇ ਇਸ ਨੂੰ ਐਗਜ਼ਾਮਪਲ ਸੈਂਟੈਂਸ ਵਿੱਚ ਅਸੀਂ ਕਿਵੇਂ ਕਰਾਂਗੇ? ਇਨ ਦਾ ਸੈਂਟੈਂਸ ਆਰਤੀ ਰੋਟ ਏ ਲੈਟਰ, ਆਰਤੀ ਨੇ ਇੱਕ ਲੈਟਰ ਲਿਖਿਆ। ਇਹਦੇ ਵਿੱਚ ਪਿਆਰੇ ਵਿਦਿਆਰਥੀਓ ਆਰਤੀ ਔਰ ਲੈਟਰ ਇਹ ਦੋਨੋਂ ਹੀ ਕੀ ਸਨ? ਨਾਊਨ ਸਨ। ਅਤੇ ਉਹ ਜੋ ਰੋਟ ਲਿਖਦੀ ਹੈ ਇਹ ਵਰਬਸ ਆ ਜਾਂਦਾ ਹੈ। ਅਤੇ ਐਗਜ਼ਾਮਪਲ ਵਰਡਸ ਹੋਰ ਵੀ ਹਨ ਜਿਵੇਂ ਡੌਗ, ਟੇਬਲ, ਇੰਡੀਆ, ਸੰਜੇ। ਇਵੇਂ ਹੀ ਬਹੁਤ ਸਾਰੇ ਪਰਸਨਾਂ ਦੇ ਨਾਂ ਜੇ ਆ ਜਾਣ ਜਾਂ ਕਿਸੇ ਜਾਨਵਰਾਂ ਦੇ ਨਾਂ ਆ ਜਾਣ ਤਾਂ ਉਹ ਸਾਰੇ ਹੀ ਨਾਊਨ ਵਿੱਚ ਪਾਏ ਜਾਂਦੇ ਹਨ। ਅੱਗੇ ਚੱਲਦੇ ਹਾਂ ਵਿਦਿਆਰਥੀਓ। ਜਿਵੇਂ ਪ੍ਰੋਨਾਊਨ, ਇਹ ਪ੍ਰੋਨਾਊਨ ਇਜ਼ ਏ ਵਰਡ ਯੂਜ਼ਡ ਇਨ ਪਲੇਸ ਆਫ ਏ ਨਾਊਨ। ਇਹ ਪ੍ਰੋਨਾਊਨ ਵੀ ਇਸੇ ਤਰੀਕੇ ਨਾਲ ਜਾਣਿਆ ਜਾਂਦਾ ਹੈ ਜਿਵੇਂ ਕਿ ਨਾਊਨ ਦੀ ਜਗ੍ਹਾ ਪ੍ਰੋਨਾਊਨ ਲੈਂਦਾ ਹੈ। ਇਸ ਤਰੀਕੇ ਦਾ ਐਗਜ਼ਾਮਪਲ ਦੇਖਦੇ ਹਾਂ। ਇਨ ਦਾ ਸੈਂਟੈਂਸ ਵਿਸ਼ੂ ਰੋਟ ਏ ਲੈਟਰ, ਜਿਵੇਂ ਪਿਆਰੇ ਵਿਦਿਆਰਥੀਓ ਵਿਸ਼ੂ ਦਾ ਨਾਂ ਲੈ ਲਿਆ ਅਸੀਂ
ਤੇ ਵਿਸ਼ੂ ਰੋਟ ਏ ਲੈਟਰ, ਵਿਸ਼ੂ ਇੱਕ ਲੈਟਰ ਲਿਖਦਾ ਹੈ। ਸ਼ੀ ਇਜ਼ ਟਾਇਰਡ, ਸ਼ੀ ਕੌਣ ਹੈ? ਇਜ਼ ਦ ਥਰਡ ਪਰਸਨ, ਸ਼ੀ ਇਜ਼ ਯੂਜ਼ਡ ਇਨ ਪਲੇਸ ਆਫ ए ਨਾउन। ਵਿਸ਼ੂ ਕੌਣ ਹੈ? ਸ਼ੀ। तो शी अहीं उन्होंने प्रनाउन लिए चेंज कर दिता है। जिमें सबजैक्ट कौन ही? विशु, और प्रनाउन बना के ऐसे अगर लिखांगे तो वह ही या शी के अकॉर्डिंग पढ़ाएंगे तो वह प्रनाउन विच ही दर्शाया जाता है। इवें ही अहीं होर भी अगे समझने हाँ, जिमें आई, दे, ही, यू, ये सारे ही प्रनाउन विच दर्शाए जाते हैं। अगे आ जाओ बच्चों, एडजैक्टिव की हैं? एडजैक्टिव आर ए वर्ड्स दैट डिस्क्राइब अदर वर्ड्स। इन द सेंटेंस विशु रोट ए लैटर, लॉन्ग लैटर मीनस ये क्वालिटियाँ दर्शाई गई सन, जिमें स्मॉल, ब्लू, शार्प एंड लॉन्ग, स्मॉल, इवें कुछ आ जान तो ये सारिया क्वालिटियां असी किस नाम ना जानांगे? एडजैक्टिव। अगे वर्ब बच्चों, वर्ब्स आर वर्ड दैट शो द एक्शन। जो भी किसी सेंटेंस नूं बन सबजैक्ट जां हैल्पिंग वर्ब जो असी लगाने तो उस वर्ब नूं असी सेंटेंस ਨੂੰ ਪੂਰਾ ਕਰਨ ਲਈ ਜੋ ਯੂਜ਼ ਕਰਦੇ ਹਾਂ ਉਸ ਨੂੰ ਵਰਬ ਕਿਹਾ ਜਾਂਦਾ ਹੈ। ਜਿਵੇਂ ਐਗਜ਼ਾਮਪਲ ਬੱਚਿਓ, ਵਿਸ਼ੂ ਰੋਟ ਏ ਲੈਟਰ, ਵਿਸ਼ੂ ਰੋਟ ਏ ਲੈਟਰ, ਰੋਟ ਇਜ਼ ਦਾ ਵਰਬ। ਜਿਵੇਂ ਜਿੰਨੀਆਂ ਵੀ ਸੈਕੰਡ ਫਾਰਮ ਹੁੰਦੀਆਂ ਹਨ, ਜਿਵੇਂ ਤੁਹਾਨੂੰ ਪੜ੍ਹਨ ਵਿੱਚ ਬਹੁਤ ਸਾਰੀਆਂ ਤੁਹਾਡੇ ਸਕੂਲ ਵਿੱਚ ਵੀ ਪਿਆਰੇ ਵਿਦਿਆਰਥੀਓ ਤੁਹਾਨੂੰ ਟੀਚਰਸ ਇੰਗਲਿਸ਼ ਵਾਲੇ ਪੜ੍ਹਾਉਂਦੇ ਹਨ, ਰਨ, ਈਟ, ਥਿੰਕ, ਸਿਟ, ਜੇ ਇਹ ਫਾਰਮ ਵਰਬ ਦੀਆਂ ਫਾਰਮਸ ਜੋ ਆਉਂਦੀਆਂ ਉਹਨੂੰ ਵਰਬਸ ਦੇ ਨਾਲ ਜਾਣਿਆ ਜਾਂਦਾ ਹਨ। इट टेल्स वट एक्शनस रीमा डिड। रीमा जो भी एक्शन करती है, चाहे रीमा क्रिकेट खेडे ਜਾਂ ਫਿਰ ਉਹ ਕਿਸੇ ਵਾਕਿੰਗ ਤੇ ਜਾਵੇ, ਜਾਂ ਰੀਨਾ ਵਾਕ ਇਨ ਦਾ ਫੀਲਡ, ਰੀਨਾ ਵਾਕ ਇਨ ਦਾ ਰਨਵੇ, ਰੀਨਾ ਪਲੇਇੰਗ ਕ੍ਰਿਕਟ, ਕੁਛ ਵੀ ਆ ਜਾਏ तो जो उसनों सेंटेंस ਨੂੰ ਕੰਪਲੀਟ ਕਰਨ ਲਈ ਵਰਬ ਦੀ ਫਾਰਮ ਨੂੰ ਯੂਜ਼ ਕੀਤਾ ਜਾਂਦਾ ਹੈ ਉਸਨੂੰ ਹੀ ਵਰਬ ਕਿਹਾ ਜਾਂਦਾ ਹੈ। नेक्स्ट बच्चों, adverb are words that add meanings to verb, adjective or other adverb। तो ये बच्चों आंसर the questions how and how often, when and where। in the sentence Vishu quickly wrote a letter। विशु बहुत जल्दी एक लेटर लिखता है। quickly is an adverb as something other spelling as easily, always, inside and before। ये सारे ही adverb ਨੂੰ ਦਰਸਾਉਂਦੇ ਹਨ। ਅੱਗੇ ਪਿਆਰੇ ਵਿਦਿਆਰਥੀਓ, ਜਿਵੇਂ ਸਪੋਰਟਿੰਗ ਪਾਰਟ ਆਫ ਸਪੀਚ, ਸਪੋਰਟਿੰਗ ਪਾਰਟ ਆਫ ਸਪੀਚ ਦੇ ਵਿੱਚ ਸਾਨੂੰ ਜਿਵੇਂ ਆਰਟੀਕਲ, ਕੰਜੰਕਸ਼ਨ, ਪ੍ਰੈਪੋਜੀਸ਼ਨਸ ਐਂਡ ਇੰਟਰਜੈਕਸ਼ਨ। ਆਰਟੀਕਲ ਨੂੰ ਪਹਿਚਾਨਣ ਲਈ ਅਸੀਂ ਕਿਸ ਤਰ੍ਹਾਂ ਪਛਾਣਾਂਗੇ? ਦ ਵਰਡਸ ਏ, ਐਨ ਐਂਡ ਦ ਆਰ ਨਾਊਨ ਐਜ਼ ਆਰਟੀਕਲ। ਜਿਵੇਂ ਕਿ ਕਿਸੇ ਵੀ ਸੈਂਟੈਂਸ ਨੂੰ ਬਣਾਉਣ ਲੱਗੇ ਏ, ਐਨ ਜਾਂ ਦਾ ਦਾ ਪ੍ਰਯੋਗ ਕੀਤਾ ਹੋਵੇ ਤਾਂ ਉਸ ਨੂੰ ਅਸੀਂ ਆਰਟੀਕਲ ਦੇ ਨਾਮ ਨਾਲ ਜਾਣਿਆ ਜਾਵੇਗਾ। ਜਿਵੇਂ ਆਰਟੀਕਲ ਜਨਰਲੀ ਯੂਜ਼ਡ ਬਿਫੋਰ ਨਾਊਨ, ਐਨ ਇਜ਼ ਯੂਜ਼ਡ ਬਿਫੋਰ ਵਰਡਸ ਵਿਦ ਏ ਵੋਵਲਸ। ਬੱਚਿਓ ਐਨ ਨੂੰ ਅਸੀਂ ਕਿਸ ਤਰ੍ਹਾਂ ਪਛਾਣਾਂਗੇ? ਐਨ ਦੀ ਪਛਾਣ ਸਿਰਫ ਅਸੀਂ ਜਿਸ ਸੈਂਟੈਂਸ ਨੂੰ ਬਣਾਉਣ ਲੱਗੇ, ਬਣਾਉਣ ਤੋਂ ਪਹਿਲੇ ਏ, ਈ, ਆਈ, ਓ, ਯੂ ਵੋਵਲ ਦਾ ਯੂਜ਼ ਸਾਊਂਡ ਨਿਕਲੇਗਾ, ਉਸ ਜਗ੍ਹਾ 'ਤੇ ਐਨ ਦਾ ਯੂਜ਼ ਹੋਵੇਗਾ। ਤੇ ਜਿਸ ਜਗ੍ਹਾ 'ਤੇ ਏ ਇਜ਼ ਯੂਜ਼ਡ ਬਿਫੋਰ ਨਾਊਨ ਵਿਦ ਏ ਕੰਸੋਨੈਂਟ, ਜੋ ਵੀ ਸਾਡੇ ਕੰਸੋਨੈਂਟ ਵਾਵਲ ਨੂੰ ਛੱਡ ਕੇ ਆ ਜਾਣੇ ਉਹਦੇ ਨਾਲ ਸਾਰਿਆਂ ਨਾਲ ਏ ਦਾ ਯੂਜ਼ ਕੀਤਾ ਜਾਵੇਗਾ। ਐਂਡ ਸਾਊਂਡ ਦਾ ਇਜ਼ ਯੂਜ਼ ਰੈਫਰ ਟੂ ਦ ਸਪੈਸੀਫਿਕ ਪਾਰਟੀਕੂਲਰ ਵਰਡਸ। ਜਿਵੇਂ ਐਗਜ਼ਾਮਪਲ ਵਿੱਚ ਦ ਕਾਰ ਸਟਾਪਡ ਸਡਨਲੀ ਬਿਕੋਜ਼ ਏ ਕੈਟ ਰਨ ਇਨ ਫਰੰਟ ਆਫ ਇਟ। ਠੀਕ ਹੈ, ਕਾਰ ਅਚਾਨਕ ਰੁਕ ਗਈ ਜਿਵੇਂ ਹੀ ਉਸ ਨੂੰ ਕੈਟ ਨੂੰ ਦੌੜਦੇ ਹੋਏ ਉਸਦੇ ਅੱਗੇ ਦੇਖਿਆ। ਇਵੇਂ ਇਹ ਬੁੱਕ ਕੰਸੋਨੈਂਟ ਹੈ ਬੀ। ਐਨ ਐਪਲ, ਦੇਖੋ ਬੱਚਿਓ ਜਿਵੇਂ ਤੁਹਾਨੂੰ ਦੱਸਿਆ ਸੀ ਕਿ ਏ, ਈ, ਆਈ, ਓ, ਯੂ ਆ ਜਾਂਦਾ ਹੈ ਕਿਸੇ ਵੀ ਵੋਵਲ ਦੇ ਸਾਹਮਣੇ ਤੇ ਉੱਥੇ ਐਨ ਲੱਗੇਗਾ। ਜਿਵੇਂ ਐਨ ਅਮਰੇਲਾ, ਐਨ ਐਪਲ। ਇਸ ਤਰ੍ਹਾਂ ਹੀ ਜਿਵੇਂ ਦਾ ਕੀ ਹੈ? ਦਾ ਸਨ। ਇਸ ਤਰ੍ਹਾਂ ਹਰ ਚੀਜ਼ ਨੂੰ ਬੱਚਿਓ ਆਪਣੇ ਦਿਮਾਗ ਵਿੱਚ ਰੱਖਣਾ ਤੁਸੀਂ। ਏ, ਈ, ਆਈ, ਓ, ਯੂ ਆ ਜਾਂਦਾ ਹੈ ਕਿਸੇ ਵੀ ਵੋਵਲ ਸ਼ੁਰੂ ਹੋਣ ਤੋਂ ਪਹਿਲੇ ਉਹਦੇ ਨਾਲ ਐਨ ਲੱਗੇਗਾ। ਇਹ ਕੰਸੋਨੈਂਟ ਸਾਰੇ ਹੀ ਕੰਸੋਨੈਂਟ ਵਰਡਸ ਤੋਂ ਪਹਿਲੇ ਏ ਯੂਜ਼ ਕੀਤਾ ਜਾਵੇਗਾ। ਇਵੇਂ ਹੀ ਕੰਜੰਕਸ਼ਨਸ are words that join two nouns, phrases and sentence। some common conjunctions are and but। ਇਵੇਂ instead of Sheila went to market, ਜਿਵੇਂ ਸ਼ੀਲਾ ਮਾਰਕੀਟ ਜਾਂਦੀ ਹੈ, ਗਈ ਸੀ। I also went to the market, ਮੈਂ ਵੀ ਮਾਰਕੀਟ ਗਿਆ ਸੀ। Sheila and
आई वेंट टू द मार्केट। देखो बच्चों, ये सेंटेंस ਨੂੰ ਦੋ ਤਰੀਕੇ ਨਾਲ ਕਿਹਾ ਗਿਆ, शीला एंड आई वेंट टू द मार्केट। तो वट वी कॉल, इसनों ਅਸੀਂ ਕੀ ਕਵਾਂਗੇ, दैट इज़ अ कंजंक्शन। इवें ही प्रैपोजिशंस प्यारे बच्चों, प्रैपोजिशंस कनेक्ट वन वर्ड्स विद अनदर टू शो द रिलेशन बिटवीन द दैम। दे यूजली आंसर द क्वेश्चंस वेयर, व्हेन एंड हाउ। एग्जाम्पल, सम कॉमन प्रैपोजिशंस आर ऑन, एट एंड इन। जिमें सेंटेंस ਲਈ ਜਿਵੇਂ ਤੁਹਾਨੂੰ ਦੱਸਿਆ ਗਿਆ, द कैट इज़ ऑन द रूफ। अगर इत्थे असी इन लगांदे तो रूफ ਦੇ ਵਿੱਚ थोड़ी ना बैठेगी कैट जाके। इवें ही बिल्ली कित्थे बैठी है, रूफ, यानी कि रूफ मतलब भी किसी भी रूम के थड़े के उत्ते, जिमें अं कही जाने कैट कित्थे बैठी है, रूफ के उत्ते, यानी कि कोई भी साडा मतलब कमरा है उसका जिहड़ा उपर थड़ा हुंदा है उसनूं रूफ कहा जाता है। द शॉप इज़ एट द एंड ऑफ द रोड। वो शॉप, द शॉप इज़ द एट द एंड ऑफ द जाम। जिमें कहा जाता है कि वो शॉप रोड के लास्ट ते है, इसलिए एट नूं दर्शा के प्रैपोजिशन नूं दर्शाया गया है। द शॉप इज़ एट द एंड ऑफ द रोड। इवें ही राहुल इज़ स्टैंडिंग अंडर द ट्री। इस विच दस्सिया गया है कि राहुल स्टैंडिंग कित्थे हो रहा है, ट्री दे थल्ले। राहुल कित्थे खड़ा हो रहा है, ट्री दे थल्ले। इवें ही आई लिव इन पुणे। जे बच्चों इत्थे मैं एट लगावांगा तो इत्थे सेंटेंस नूं वो गलत दर्शा देगा। इवें ही मैं यूज़ करांगा आई लिव इन पुणे। इवें ही इंटरजेक्शनस हैं बच्चों, जिवें राइटिंग स्किल लई सानूं इंटरजेक्शन नूं समझना बहुत जरूरी है। दीज वर्ड्स एक्सप्रैस स्ट्रॉन्ग इमोशंस सच एज हैप्पीनेस, सरप्राइज, एंगर और पेन। दे हैव एक्सक्लेमेशंस मार्क एट द एंड। जिवें इंटरजेक्शनस वर्ड्स किहड़े, वाओ, इहदे पिछे किहड़ा निशान दिख रहा है, एक्सक्लेमेशंस निशान, एक्सक्लेमेशन साइंस दिख रहा है। ओह दे पिछे भी एक्सक्लेमेशंस निशान दिख रहा है। इट इज़ ऑल इंटरजेक्शंस एंड एक्सक्लेमेशंस मार्क ना शो जो हो रहा है, जिन्हें पिछे लास्ट एक्सक्लेमेशंस निशान होवे वो की दर्शाते हैं, इंटरजेक्शंस एक्सक्लेमेशंस मार्क। ओह नो, थैंक्स। तो ये सी बच्चों सारा कुछ साडा जो असीं तुहानूं समझा चुके हैं कि राइटिंग स्किल्स पार्ट्स ऑफ स्पीच नैशनल स्किल क्वालिफिकेशनस फ्रेमवर्क क्लास 9th ਲਈ, जिसनों असीं बड़े ही अच्छे तरीके नाल समझिया है। राइटिंग स्किल्स पार्ट्स ऑफ स्पीच की सन, इवें ही यूजिंग कैपिटल लैटर्स कितना यूज़ करने हैं, और पंचुएशनस की सन, और बेसिक पार्ट्स ऑफ स्पीच की सन, और इस दे नाल ही इहदियां एग्जाम्पलां तुहानूं दस दित्तियां हैं, नाउन्स, प्रोनाउंस, एडजैक्टिव, वर्ब्स एंड एडवर्ब। इवें ही आर्टिकल, कंजंक्शनस, प्रैपोजिशंस एंड इंटरजेक्शनस। इस दे नाल ही तुहाडा बहुत बहुत धन्नवाद।